ਹੈਲੋ ਪਿਆਰੇ ਬੱਚਿਓ, ਵੈਲਕਮ ਟੂ ਦ YouTube ਚੈਨਲ ਲਰਨ ਵਿਦ ਹਰਵਿੰਦਰ ਸਰ। ਅਤੇ ਇਸ ਵੀਡੀਓ ਵਿੱਚ ਅਸੀਂ ਕਰਾਂਗੇ PSEB ਕਲਾਸ 6th ਇੰਗਲਿਸ਼ ਦਾ ਲੈਸਨ ਨੰਬਰ 6, ਜਿਸ ਦਾ ਨਾਮ ਹੈ ਦ ਪੀਕੌਕ ਐਂਡ ਦ ਕ੍ਰੋ। ਦੋਸਤੋ, ਇਸ ਵੀਡੀਓ ਵਿੱਚ ਪਹਿਲਾਂ ਅਸੀਂ ਇਸ ਪਾਰਟ ਨੂੰ ਪੜਾਂਗੇ ਤੇ ਉਸ ਤੋਂ ਬਾਅਦ ਇਸੇ ਕੁਐਸਚਨ ਆਨਸਰਸ ਅਤੇ ਬੈਕ ਐਕਸਰਸਾਈਜ਼ ਕਰਾਂਗੇ। ਪਰ ਪਾਠ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਸੰਦੇਸ਼। ਇਸ ਤਰ੍ਹਾਂ ਦੇ ਹੋਰ ਵੀਡੀਓ ਸਮੇਂ ਸਿਰ ਪ੍ਰਾਪਤ ਕਰਨ ਲਈ ਸਬਸਕ੍ਰਾਈਬ ਕਰੋ YouTube ਚੈਨਲ ਲਰਨ ਵਿਦ ਹਰਵਿੰਦਰ ਸਰ। ਆਓ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲਾਂ ਅਸੀਂ ਔਖੇ ਸ਼ਬਦਾਂ ਦੇ ਅਰਥ ਹੈ ਉਹ ਕਰਦੇ ਹਾਂ। ਫੈਦਰਸ ਦਾ ਅਰਥ ਹੁੰਦਾ ਖੰਭ ਜਾਂ ਪਰ। ਪਰਚਿੰਗ ਹੁੰਦਾ ਵੀ ਕਿਸੇ ਟਾਹਣੀ ਤੇ ਬੈਠਾ ਪੰਛੀ ਜਾਂ ਕਿਸੇ ਉੱਚੀ ਥਾਂ ਤੇ ਬੈਠਾ ਪੰਛੀ। ਕਲੈਕਟਡ ਦਾ ਮਤਲਬ ਹੁੰਦਾ ਇਕੱਠਾ ਕਰਨਾ। ਰਿਫਲੈਕਸ਼ਨ ਹੁੰਦਾ ਪ੍ਰਤੀਬਿੰਬ ਜਾਂ ਅਕਸ, ਜਿਵੇਂ ਤੁਸੀਂ ਸ਼ੀਸ਼ੇ ਤੇ ਆਪਣਾ ਰਿਫਲੈਕਸ਼ਨ ਦੇਖਦੇ ਹੋ। ਇਗਨੋਰਿੰਗ ਦਾ ਅਰਥ ਹੁੰਦਾ ਧਿਆਨ ਨਾ ਦੇਣਾ। ਹਿਊਮਿਲੇਟਿਡ, ਜਿਸ ਦਾ ਅਰਥ ਹੁੰਦਾ ਅਪਮਾਨਿਤ ਕਰਨਾ। ਅਸੈਪਟਡ, ਸਵੀਕਾਰ ਕਰਨਾ। ਰਿਅਲਾਈਜ਼ਡ, ਕਿਸੇ ਚੀਜ਼ ਦਾ ਜਾਂ ਕਿਸੇ ਗੱਲ ਦਾ ਅਹਿਸਾਸ ਹੋਣਾ। ਐਪੋਲੋਜਾਈਜ਼ ਹੁੰਦਾ ਮਾਫੀ ਮੰਗਣਾ। ਤੇ ਪਿਆਰੇ ਵਿਦਿਆਰਥੀਓ, ਤੁਸੀਂ ਕਿ ਔਖੇ ਸ਼ਬਦਾਂ ਦੇ ਅਰਥ। ਹੁਣ ਅਸੀਂ ਪਾਠ ਨੂੰ ਪੜ੍ਹਨਾ ਸ਼ੁਰੂ ਕਰਦੇ ਹਾਂ। Once there lived a crow who did not like his black feathers. ਇੱਕ ਵਾਰ ਇੱਕ ਕਾਂ ਰਹਿੰਦਾ ਸੀ ਜੋ ਆਪਣੇ ਕਾਲੇ ਖੰਭਾਂ ਨੂੰ ਪਸੰਦ ਨਹੀਂ ਸੀ ਕਰਦਾ। He wanted to be like peacock because the colorful feathers of the peacock looked very beautiful. ਉਹ ਮੋਰ ਵਰਗਾ ਬਣਨਾ ਚਾਹੁੰਦਾ ਸੀ ਕਿਉਂਕਿ ਮੋਰ ਦੇ ਰੰਗ ਬਿਰੰਗੇ ਖੰਭ ਉਸ ਨੂੰ ਬਹੁਤ ਸੁੰਦਰ ਲੱਗਦੇ ਸਨ। You look so dull and plain. Look how beautiful the peacocks are. I wish I were a peacock, he would say to other crows. ਤੇ ਉਹ ਦੂਜੇ ਕਾਵਾਂ ਨੂੰ ਕੀ ਕਹਿੰਦਾ ਕਿ ਤੁਸੀਂ ਬਹੁਤ ਹੀ ਬੇਜਾਨ ਅਤੇ ਸਾਦੇ ਦਿਖਾਈ ਦਿੰਦੇ ਹੋ। ਦੇਖੋ ਕਿ ਮੋਰ ਕਿੰਨੇ ਸੁੰਦਰ ਹਨ, ਕਾਸ਼ ਮੈਂ ਵੀ ਇੱਕ ਮੋਰ ਹੁੰਦਾ। One day, perching on his tree, the crow saw many peacock feathers on the ground. ਇੱਕ ਦਿਨ ਆਪਣੇ ਰੁੱਖ ਤੇ ਬੈਠੇ ਹੋਏ ਕਾਂ ਨੇ ਜ਼ਮੀਨ ਤੇ ਮੋਰ ਦੇ ਕਈ ਖੰਭ ਦੇਖੇ। The feathers looked very beautiful. ਉਹ ਖੰਭ ਬਹੁਤ ਹੀ ਸੋਹਣੇ ਲੱਗ ਰਹੇ ਸਨ। Seeing those peacock feathers, he got an idea. ਉਹਨਾਂ ਮੋਰ ਦੇ ਖੰਭਾਂ ਨੂੰ ਦੇਖ ਕੇ ਉਸਦੇ ਮਨ ਵਿੱਚ ਇੱਕ ਵਿਚਾਰ ਆਇਆ, ਇੱਕ ਆਈਡੀਆ ਆਇਆ। He collected all the feathers and stuck them into his wings and the tail. ਉਸਨੇ ਸਾਰੇ ਮੋਰ ਦੇ ਖੰਭ ਇਕੱਠੇ ਕੀਤੇ ਅਤੇ ਉਸਨੂੰ ਆਪਣੇ ਖੰਭਾਂ ਤੇ ਪੂਛ ਨਾਲ ਜੋੜ ਲਿਆ। He also put a few on his head to look like a peacock. ਤੇ ਕੁਝ ਖੰਭ ਉਸਨੇ ਆਪਣੇ ਸਰ ਤੇ ਵੀ ਲਗਾ ਲਏ ਤਾਂ ਜੋ ਉਹ ਮੋਰ ਵਰਗਾ ਦਿਖੇ। He flew to a river to see his reflection. ਉਹ ਆਪਣਾ ਪ੍ਰਤੀਬਿੰਬ, ਆਪਣਾ ਰਿਫਲੈਕਸ਼ਨ ਵੇਖਣ ਲਈ ਨਦੀ ਵੱਲ ਉੜਿਆ। Wow, now I look as beautiful as a peacock, he said happily. ਵਾਹ, ਮੈਂ ਹੁਣ ਮੋਰ ਦੀ ਤਰ੍ਹਾਂ ਸੁੰਦਰ ਦਿਖ ਰਿਹਾ ਹਾਂ, ਉਸਨੇ ਖੁਸ਼ੀ ਨਾਲ ਕਿਹਾ। He felt so proud that he started ignoring his friends. ਉਸਨੂੰ ਆਪਣੇ ਆਪ ਤੇ ਇੰਨਾ ਅਭਿਮਾਨ ਮਹਿਸੂਸ ਹੋਇਆ ਕਿ ਉਸਨੇ ਆਪਣੇ ਦੋਸਤਾਂ ਨੂੰ ਨਜ਼ਰ ਅੰਦਾਜ਼ ਕਰਨਾ, ਇਗਨੋਰ ਕਰਨਾ ਸ਼ੁਰੂ ਕਰ ਦਿੱਤਾ। He told them, "Look at my beautiful feathers. I don't belong to you anymore, so stay away from me." ਤੇ ਉਸਨੇ ਆਪਣੇ ਦੋਸਤਾਂ ਨੂੰ ਕਿਹਾ, ਮੇਰੇ ਖੂਬਸੂਰਤ ਖੰਭਾਂ ਵੱਲ ਦੇਖੋ, ਹੁਣ ਮੈਂ ਤੁਹਾਡੇ ਨਾਲ ਸੰਬੰਧਿਤ ਨਹੀਂ ਹਾਂ, ਇਸ ਲਈ ਤੁਸੀਂ ਮੇਰੇ ਤੋਂ ਦੂਰ ਰਹੋ। Now I am also as beautiful as a peacock, he said to himself. ਤੇ ਉਸਨੇ ਆਪਣੇ ਆਪ ਨੂੰ ਕਿਹਾ ਕਿ ਹੁਣ ਤੇ ਮੈਂ ਮੋਰ ਦੀ ਤਰ੍ਹਾਂ ਸੁੰਦਰ ਹਾਂ। He thought that now he should live among the peacocks. ਉਸਨੇ ਇਹ ਸੋਚਿਆ ਕਿ ਉਸਨੂੰ ਮੋਰਾਂ ਦੇ ਵਿੱਚ ਰਹਿਣਾ ਚਾਹੀਦਾ। So he went to join the pride of peacocks, but peacocks laughed at him. ਤੇ ਇੱਥੇ ਇੱਕ ਵਰਡ ਯੂਜ਼ ਹੋਇਆ pride of peacocks, ਤੇ pride of peacocks ਨਾ ਇੱਕ ਕਲੈਕਟਿਵ ਨਾਊਨ ਹੈ ਤੇ ਜਿਸ ਦਾ ਅਰਥ ਹੁੰਦਾ ਹੈ ਪੀਕੌਕਸ ਦਾ ਸਮੂਹ, ਪੀਕੌਕਸ ਦਾ ਗਰੁੱਪ। ਤੇ ਉਸਨੇ ਸੋਚਿਆ ਕਿ ਉਸਨੂੰ ਮੋਰਾਂ ਦੇ ਵਿੱਚ ਰਹਿਣਾ ਚਾਹੀਦਾ, ਇਸ ਲਈ ਉਹ ਮੋਰਾਂ ਦੇ ਸਮੂਹ ਵਿੱਚ ਸ਼ਾਮਿਲ ਹੋਣ ਲਈ ਗਿਆ, ਪਰ ਮੋਰ ਉਸ ਤੇ ਹੱਸ ਪਏ। They did not accept him. ਉਹਨਾਂ ਨੇ ਉਸਨੂੰ ਸਵੀਕਾਰ ਜਾਂ ਪ੍ਰਵਾਨ ਨਹੀਂ ਕੀਤਾ। The peacocks knew that he was not one among them. He was a crow. ਤੇ ਮੋਰ ਇਹ ਜਾਣਦੇ ਸਨ ਕਿ ਉਹ ਉਹਨਾਂ ਵਿੱਚੋਂ ਇੱਕ ਨਹੀਂ ਸੀ, ਉਹ ਇੱਕ ਕਾਂ ਸੀ। Peacock feathers will not make you a peacock, they said to him. ਤੇ ਉਹਨਾਂ ਨੇ ਉਸ ਕ੍ਰੋ ਨੂੰ ਕਿਹਾ ਕਿ ਮੋਰ ਦੇ ਖੰਭ ਤੁਹਾਨੂੰ ਮੋਰ ਨਹੀਂ ਬਣਾ ਦੇਣਗੇ। Sad and feeling insulted, he thought that his crow friends would be happy to see his new feathers. ਉਦਾਸ ਅਤੇ ਅਪਮਾਨਿਤ ਮਹਿਸੂਸ ਕਰਦਿਆਂ ਉਸਨੇ ਸੋਚਿਆ ਕਿ ਹੁਣ ਉਸਦੇ ਦੋਸਤ ਉਸਦੇ ਨਵੇਂ ਖੰਭਾਂ ਨੂੰ ਦੇਖ ਕੇ ਖੁਸ਼ ਹੋਣਗੇ। He returned to his fellow crows.
ਉਹ ਆਪਣੇ ਸਾਥੀ ਕਾਵਾਂ ਕੋਲ ਵਾਪਸ ਆ ਗਿਆ। None of his fellow crows accepted him. ਉਸ ਦੇ ਕਿਸੇ ਵੀ ਸਾਥੀ ਕਾਂ ਨੇ ਉਸ ਨੂੰ ਸਵੀਕਾਰ ਨਹੀਂ ਕੀਤਾ। They did not want him back because he had insulted them earlier. ਉਹ ਉਸ ਨੂੰ ਵਾਪਸ ਨਹੀਂ ਲੈਣਾ ਚਾਹੁੰਦੇ ਸਨ ਕਿਉਂਕਿ ਉਸਨੇ ਪਹਿਲਾਂ ਉਹਨਾਂ ਦਾ ਅਪਮਾਨ ਕੀਤਾ ਸੀ। They also knew that he had been insulted by the peacocks. ਤੇ ਉਹਨਾਂ ਨੂੰ ਇਸ ਗੱਲ ਦਾ ਵੀ ਪਤਾ ਸੀ ਕਿ ਮੋਰਾਂ ਨੇ ਉਸ ਕਰੋ ਦਾ ਅਪਮਾਨ ਕੀਤਾ। They also started laughing at him. ਤੇ ਉਹਨਾਂ ਨੇ ਵੀ ਉਸ ਤੇ ਹੱਸਣਾ ਸ਼ੁਰੂ ਕਰ ਦਿੱਤਾ। They looked at his feathers and laughed at his face. ਉਹਨਾਂ ਨੇ ਉਸ ਦੇ ਖੰਭ ਵੇਖੇ ਅਤੇ ਉਸ ਦੇ ਫੇਸ ਤੇ ਉਸ ਦੇ ਚਿਹਰੇ ਤੇ ਹੱਸੇ। Then an old wise crow came and told him, "We should accept ourselves the way we are." ਤੇ ਉਸ ਤੋਂ ਬਾਅਦ ਇੱਕ ਬਜ਼ੁਰਗ ਅਤੇ ਸਿਆਣਾ ਕਰੋ ਆਇਆ ਤੇ ਉਸਨੇ ਉਸ ਕਰੋ ਨੂੰ ਕਿਹਾ ਕਿ ਸਾਨੂੰ ਆਪਣੇ ਆਪ ਨੂੰ ਉਸੇ ਤਰ੍ਹਾਂ ਹੀ ਅਪਣਾਉਣਾ ਚਾਹੀਦਾ ਜਿਸ ਤਰ੍ਹਾਂ ਦੇ ਅਸੀਂ ਹਾਂ। ਡੋਂਟ ਟਰਾਈ ਟੂ ਕਾਪੀ ਅਦਰਸ ਬਲਾਈਂਡਲੀ। ਸਾਨੂੰ ਅੱਖਾਂ ਬੰਦ ਕਰਕੇ ਕਿਸੇ ਦੀ ਨਕਲ ਨਹੀਂ ਕਰਨੀ ਚਾਹੀਦੀ। ਪੀਕੌਕ ਫੈਦਰਸ ਆਰ ਗੁੱਡ ਫॉर ਪੀਕੌਕਸ ਓਨਲੀ। ਮੋਰ ਦੇ ਖੰਭ ਮੋਰਾਂ ਲਈ ਹੀ ਵਧੀਆ ਹੁੰਦੇ ਹਨ। ਫॉर ਕ੍ਰੋਸ ਦ ਪੀਕੌਕ ਫੈਦਰਸ ਆਰ ਹੈਵੀ। ਕਾਵਾਂ ਦੇ ਲਈ ਮੋਰ ਦੇ ਖੰਭ ਬਹੁਤ ਭਾਰੀ ਹੁੰਦੇ ਹਨ। You will not be able to fly properly with these stuck on your body. ਜੇ ਤੁਹਾਡੇ ਬੋਡੀ ਵਿੱਚ ਜੇ ਤੁਹਾਡੇ ਸਰੀਰ ਵਿੱਚ ਮੋਰ ਦੇ ਖੰਭ ਫਸੇ ਹੋਣ ਤਾਂ ਤੁਸੀਂ ਚੰਗੀ ਤਰ੍ਹਾਂ ਉੜ ਨਹੀਂ ਪਾਓਗੇ। I hope you have learned your lesson. ਮੈਨੂੰ ਉਮੀਦ ਹੈ ਕਿ ਤੁਸੀਂ ਆਪਣਾ ਸਬਕ ਸਿੱਖ ਲਿਆ ਹੈ। The crow realized his mistake. ਕਾਂ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ। Though he thought that he was looking handsome, he found it difficult to fly properly. ਭਾਵੇਂ ਉਸਨੂੰ ਲੱਗ ਰਿਹਾ ਸੀ ਕਿ ਉਹ ਸੁੰਦਰ ਦਿਸ ਰਿਹਾ ਪਰ ਉਸਨੂੰ ਉੱਡਣ ਵਿੱਚ ਮੁਸ਼ਕਿਲ ਹੋ ਰਹੀ ਸੀ। He tore off the entire peacock feathers that were stuck to his feathers. ਉਸਨੇ ਆਪਣੇ ਖੰਭਾਂ ਨਾਲ ਲੱਗੇ ਸਾਰੇ ਮੋਰ ਦੇ ਖੰਭ ਪਾੜ ਦਿੱਤੇ। He accepted his plain self. ਉਸਨੇ ਆਪਣਾ ਸਧਾਰਨ ਰੂਪ ਸਵੀਕਾਰ ਕੀਤਾ। Then he went to his friends and apologized for insulting them. ਫਿਰ ਉਹ ਆਪਣੇ ਦੋਸਤਾਂ ਕੋਲ ਗਿਆ ਅਤੇ ਉਹਨਾਂ ਦਾ ਅਪਮਾਨ ਕਰਨ ਲਈ ਉਸਨੇ ਮਾਫੀ ਮੰਗੀ। They accepted him and became friends again. ਉਹਨਾਂ ਨੇ ਉਸਨੂੰ ਸਵੀਕਾਰ ਕਰ ਲਿਆ ਅਤੇ ਉਹ ਦੁਬਾਰਾ ਦੋਸਤ ਬਣ ਗਏ। The crow was finally happy. ਕਾਂ ਆਖਰਕਾਰ ਖੁਸ਼ ਸੀ। ਪਿਆਰੇ ਵਿਦਿਆਰਥੀਓ, ਐਸੀ ਕਿ ਸਟੋਰੀ ਦਾ ਪੀਕੌਕ ਐਂਡ ਦਾ ਕਰੋ। ਮੈਨੂੰ ਪੂਰੀ ਉਮੀਦ ਹੈ ਕਿ ਆਪ ਸਾਰਿਆਂ ਨੂੰ ਇਹ ਸਟੋਰੀ ਹੈ ਕਹਾਣੀ ਬਹੁਤ ਹੀ ਚੰਗੀ ਤਰ੍ਹਾਂ ਸਮਝ ਆ ਗਈ ਹੋਏਗੀ। ਤੇ ਇਸ ਕਹਾਣੀ ਤੋਂ ਸਾਨੂੰ ਕੀ ਸਿੱਖਿਆ ਮਿਲਦੀ ਹੈ? ਇਸ ਕਹਾਣੀ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਵੀ ਸ਼ੁੱਡ ਅਸੈਪਟ ਆਵਰਸੈਲਵਸ ਦਾ ਵੇ ਵੀ ਆਰ। ਕਿ ਅਸੀਂ ਜਿਸ ਤਰ੍ਹਾਂ ਦੇ ਹਾਂ ਸਾਨੂੰ ਉਸੇ ਤਰ੍ਹਾਂ ਆਪਣੇ ਆਪ ਨੂੰ ਅਪਣਾਉਣਾ ਚਾਹੀਦਾ ਹੈ। ਡੋਂਟ ਟਰਾਈ ਟੂ ਕਾਪੀ ਅਦਰਸ ਬਲਾਈਂਡਲੀ। ਸਾਨੂੰ ਅੱਖਾਂ ਬੰਦ ਕਰਕੇ ਕਿਸੇ ਦੀ ਨਕਲ ਨਹੀਂ ਕਰਨੀ ਚਾਹੀਦੀ। ਤੇ ਵਿਦਿਆਰਥੀਓ, ਹੁਣ ਸਾਡੀ ਚੈਪਟਰ ਰੀਡਿੰਗ ਪੂਰੀ ਹੋ ਚੁੱਕੀ ਹੈ ਤੇ ਹੁਣ ਅਸੀਂ ਕਰਾਂਗੇ ਕੁਐਸਚਨ ਆਨਸਰਸ, ਜਿਸ ਵਿੱਚ ਸਭ ਤੋਂ ਪਹਿਲਾਂ ਐਕਟੀਵਿਟੀ 2। ਲੁੱਕ ਐਟ ਦ ਫੋਲੋਇੰਗ ਪੇਅਰਸ ਆਫ ਵਰਡਸ। They have the same meaning but different forms. Column 1 has second form and column 2 has first form. Fill up the blank spaces in column 2 with the first form of the given words. A few have been done for you. ਤੇ ਇੱਥੇ column 1 ਵਿੱਚ second form of the word ਹੈ ਲਿਖਿਆ ਹੋਇਆ ਤੇ column 2 ਵਿੱਚ first form of the word ਹੈ ਅਸੀਂ ਲਿਖਣਾ ਤੇ ਕਈ ਸ਼ਬਦਾਂ ਦਾ first form ਲਿਖਿਆ ਹੋਇਆ। Lived second form ਅਤੇ first form ਹੋ ਜਾਏਗਾ live, liked, like, wanted, want, looked, look, said, say, wished, wish, saw, see, got, get, collected, collect, stuck, stick, flew, fly, felt, feel, started, start, accepted, accept, thought, think. ਤੇ ਇਸ ਤੋਂ ਬਾਅਦ ਐਕਟੀਵਿਟੀ 3 ਰੀਡ ਐਂਡ ਰਾਈਟ ਆਨਸਰਸ। ਤੇ ਕੁਐਸਚਨ ਆਨਸਰਸ ਅਸੀਂ ਕਰਨੇ ਹਨ। What did the crow not like about himself? ਤੇ ਕਾਂ ਨੂੰ ਆਪਣੇ ਬਾਰੇ ਕੀ ਪਸੰਦ ਨਹੀਂ ਸੀ? The crow did not like his black feathers. ਉਸਨੂੰ ਆਪਣੇ ਕਾਲੇ ਖੰਭ ਪਸੰਦ ਨਹੀਂ ਸਨ। Who did he want to be like? Why? ਉਹ ਕਿਸ ਤਰ੍ਹਾਂ ਬਣਨਾ ਚਾਹੁੰਦਾ ਸੀ ਅਤੇ ਕਿਉਂ? He wanted to be like a peacock because the colorful feathers of peacock looked very beautiful. ਉਹ ਮੋਰ ਦੀ ਤਰ੍ਹਾਂ ਬਣਨਾ ਚਾਹੁੰਦਾ ਸੀ ਕਿਉਂਕਿ ਮੋਰ ਦੇ ਰੰਗ ਬਿਰੰਗੇ ਖੰਭ ਬਹੁਤ ਸੁੰਦਰ ਦਿਸਦੇ ਸਨ। What did he say to the other crows? ਉਸਨੇ ਬਾਕੀ ਕਾਵਾਂ ਨੂੰ ਕੀ ਕਿਹਾ? You look so dull and plain. Look how beautiful the peacocks are. I wish I were a peacock, he said to other crows. ਤੇ ਉਸਨੇ ਕਿਹਾ ਕਿ ਤੁਸੀਂ ਕਿੰਨੇ ਬੇਜਾਨ ਅਤੇ ਸਾਦੇ ਦਿਸਦੇ ਹੋ। ਦੇਖੋ ਮੋਰ ਕਿੰਨੇ ਸੁੰਦਰ ਹਨ। ਕਾਸ਼ ਮੈਂ ਵੀ ਇੱਕ ਮੋਰ ਹੁੰਦਾ।
What did the crow see on the ground? ਤੇ ਉਸ ਕਾਂ ਨੇ ਜ਼ਮੀਨ ਤੇ ਕੀ ਦੇਖਿਆ? The crow saw many peacock feathers on the ground. ਤੇ ਕਾਂ ਨੇ ਜ਼ਮੀਨ ਤੇ ਕਾਫੀ ਮੋਰ ਦੇ ਖੰਭ ਦੇਖੇ. What did he do with the peacock feathers? ਉਸਨੇ ਮੋਰ ਦੇ ਖੰਭਾਂ ਦੇ ਨਾਲ ਕੀ ਕੀਤਾ? He collected all the feathers and stuck them into his wings and the tail. ਉਸਨੇ ਸਾਰੇ ਖੰਭ ਇਕੱਠੇ ਕੀਤੇ ਅਤੇ ਆਪਣੇ ਖੰਭਾਂ ਤੇ ਪੂੰਛ ਵਿੱਚ ਫਸਾ ਲਏ. ਤੇ ਇਹ ਤੇ ਸੀਗੀ ਐਕਟੀਵਿਟੀ 3. ਹੁਣ ਅਸੀਂ ਕਰਾਂਗੇ ਐਕਟੀਵਿਟੀ 4. Who said to whom? ਵੀ ਇਹ ਸ਼ਬਦ ਕਿਸਨੇ ਕਿਸ ਨੂੰ ਕਹੇ? You look dull and plain. Look how beautiful the peacocks are. ਤੇ ਇਹ ਕਿਹਾ ਸੀ crow ਨੇ other crows ਨੂੰ. ਤੇ ਅਸੀਂ ਲਿਖਣਾ ਹੈ crow to other crows. Look at my beautiful feathers. I don't belong to you anymore, so stay away from me. ਤੇ ਇਹ ਕਿਹਾ ਸੀਗਾ crow ਨੇ other crows ਨੂੰ. ਤੇ ਅਸੀਂ ਲਿਖਾਂਗੇ crow to other crows. Peacock feathers will not make you a peacock. ਤੇ ਇਹ ਕਿਸਨੇ ਕਿਹਾ ਸੀ? Peacocks to crow. We should accept ourselves the way we are. Old wise crow to the crow. ਇਹ ਬਜ਼ੁਰਗ ਸਿਆਣੇ crow ਨੇ crow ਨੂੰ ਕਹੇ ਸੀ You will not be able to fly properly with these stuck on your body. ਤੇ ਇਹ ਕਿਸਨੇ ਕਿਹਾ ਸੀ? Old wise crow to the crow. ਤੇ ਇਸ ਤੋਂ ਬਾਅਦ complete the sentences in the following blanks. Activity 5. ਤੇ ਅਸੀਂ fill in the blanks ਉਹ ਭਰਨੇ ਹਨ. One day, perching on his tree, the crow saw many peacock feathers on the ground. The crow flew to the river to see his reflection. The peacocks knew that he was not one among them. He tore off the entire peacock feathers that were stuck to his feathers. Then he went to his friends and apologized for insulting them. ਤੇ ਪਿਆਰੇ ਵਿਦਿਆਰਥੀਓ, ਇਹ ਤਾਂ ਸੀਗਾ ਲਿਟਰੇਚਰ ਪਾਰਟ. ਹੁਣ ਅਸੀਂ ਕਰਾਂਗੇ ਗ੍ਰਾਮਰ ਪਾਰਟ, ਲਰਨਿੰਗ ਲੈਂਗੁਏਜ. ਇਸ ਵਿੱਚ ਅਸੀਂ ਸਿੱਖਾਂਗੇ ਪ੍ਰੈਪੋਜੀਸ਼ਨਸ. ਤੇ ਜਿਹੜਾ ਪ੍ਰੈਪੋਜੀਸ਼ਨ ਸ਼ਬਦ ਹੈ ਦੋ ਸ਼ਬਦਾਂ ਨੂੰ ਜੋੜ ਕੇ ਬਣਿਆ, ਪ੍ਰੀ ਅਤੇ ਪੋਜੀਸ਼ਨ. ਤੇ ਪ੍ਰੈਪੋਜੀਸ਼ਨਸ ਕੀ ਹੁੰਦੇ ਹਨ? ਅ ਪ੍ਰੈਪੋਜੀਸ਼ਨ ਇਜ਼ ਅ ਵਰਡ ਪਲੇਸਡ ਬਿਫੋਰ ਅ ਨਾਊਨ ਔਰ ਅ ਪ੍ਰੋਨਾਊਨ ਟੂ ਇੰਡੀਕੇਟ ਪਲੇਸ, ਡਾਇਰੈਕਸ਼ਨ, ਪੋਜੀਸ਼ਨ ਔਰ ਟਾਈਮ. ਕਿ ਉਹ ਸ਼ਬਦ ਜੋ ਕਿ ਨਾਉਨ ਜਾਂ ਪੜਨਾਉਨ ਤੋਂ ਪਹਿਲਾਂ ਲੱਗਦੇ ਹਨ ਅਤੇ ਉਹਨਾਂ ਦੇ ਬਾਰੇ ਸਾਨੂੰ ਹੋਰ ਕਲੈਰਿਟੀ, ਹੋਰ ਸਾਰਥਕਤਾ ਉਹ ਪ੍ਰੋਵਾਈਡ ਕਰਦੇ ਹਨ, ਜਾਂ ਸਾਨੂੰ ਨਾਉਨ ਜਾਂ ਪ੍ਰੋਨਾਉਨ ਦੀ ਥਾਂ ਦੱਸਦੇ ਹਨ, ਜਾਂ ਉਸ ਦੀ ਦਿਸ਼ਾ, ਡਾਇਰੈਕਸ਼ਨ ਦੱਸਦੇ ਹਨ, ਉਸ ਦੀ ਪੋਜੀਸ਼ਨ ਦੱਸਦੇ ਹਨ, ਜਾਂ ਟਾਈਮ ਦੱਸਦੇ ਹਨ. ਤੇ ਹੁਣ ਜਦੋਂ ਅਸੀਂ ਐਗਜ਼ਾਮਪਲ ਕਰਾਂਗੇ ਅਸੀਂ ਫੋਟੋਆਂ ਦੇਖ ਕੇ, ਤਾਂ ਸਾਨੂੰ ਹੋਰ ਜ਼ਿਆਦਾ ਕਲੀਅਰ ਹੋ ਜਾਏਗਾ. ਜਿਵੇਂ ਫਸਟ ਪਿਕਚਰ ਹੈ ਦ ਕੈਟ ਇਜ਼ ਔਨ ਦ ਟੇਬਲ, ਤੇ ਸੈਕੰਡ ਪਿਕਚਰ ਹੈ ਦ ਕੈਟ ਇਜ਼ ਬਿਸਾਈਡ ਦ ਚੇਅਰ, ਤੇ ਥਰਡ ਪਿਕਚਰ ਵਿੱਚ ਦ ਕੈਟ ਇਜ਼ ਅੰਡਰ ਦ ਟੇਬਲ, ਤੇ ਫੋਰਥ ਪਿਕਚਰ ਵਿੱਚ ਦ ਕੈਟ ਇਜ਼ ਬਿਟਵੀਨ ਦ ਚੇਅਰ ਐਂਡ ਦ ਟੇਬਲ. ਤੇ ਇੱਥੇ ਜਿਹੜੇ ਸ਼ਬਦ ਨੇ ਔਨ, ਬਿਸਾਈਡ, ਅੰਡਰ ਅਤੇ ਬਿਟਵੀਨ, ਇਸ ਤੋਂ ਸਾਨੂੰ ਕੈਟ ਦੀ ਪੋਜੀਸ਼ਨ ਦਾ ਪਤਾ ਲੱਗ ਰਿਹਾ. ਤੇ ਇਹ ਜਿਹੜੇ ਸ਼ਬਦ ਨੇ ਇਹ ਹਨ ਪ੍ਰੈਪੋਜੀਸ਼ਨਸ. ਤੇ ਹੁਣ ਅਸੀਂ ਕਰਾਂਗੇ ਪੰਚੁਏਸ਼ਨ, ਵਿਸਰਾਮ ਚਿੰਨ੍ਹ. ਇਨ ਦਿਸ ਲੈਸਨ ਵੀ ਵਿਲ ਕੰਟੀਨਿਊ ਵਿਦ ਪੰਚੁਏਸ਼ਨ ਐਂਡ ਕੰਸਨਟਰੇਟ ਔਨ ਫੁੱਲ ਸਟਾਪ, ਕੋਮਾ, ਕੁਐਸਚਨ ਮਾਰਕ ਐਂਡ ਐਕਸਕਲੇਮੇਸ਼ਨ ਮਾਰਕ. ਤੇ ਇਸ ਪਾਰਟ ਵਿੱਚ ਅਸੀਂ ਇਹ ਦੇਖਾਂਗੇ ਕਿ ਅਸੀਂ ਫੁੱਲ ਸਟਾਪ ਦੀ ਵਰਤੋਂ ਕਦੋਂ ਕਰਨੀ ਹੈ, ਕੋਮਾ ਦੀ ਵਰਤੋਂ ਕਦੋਂ ਕਰਨੀ ਹੈ, ਕੁਐਸਚਨ ਮਾਰਕ ਦੀ ਵਰਤੋਂ ਕਦੋਂ ਕਰਨੀ ਹੈ, ਤੇ ਐਕਸਕਲੇਮੇਸ਼ਨ ਮਾਰਕ ਦੀ ਵਰਤੋਂ ਕਦੋਂ ਕਰਨੀ ਹੈ. ਫੁੱਲ ਸਟਾਪ. The full stop is used in the following cases to mark the end of an assertive or imperative sentence. ਤੇ assertive sentence ਨੂੰ positive sentence ਵੀ ਕਿਹਾ ਜਾਂਦਾ ਹੈ, ਹਾਂ ਵਾਚਕ ਵਾਕ. ਤੇ ਇਸ ਦੇ ਐਂਡ ਵਿੱਚ ਅਸੀਂ ਇਹ ਫੁੱਲ ਸਟਾਪ ਲਗਾਉਣਾ ਹੁੰਦਾ, ਜਿਵੇਂ ਕਿ the child is sleeping, full stop. ਦੂਜਾ ਇੰਪੇਰੇਟਿਵ, ਆਰਡਰ ਜਾਂ ਰਿਕਵੈਸਟ. ਜਦੋਂ ਕਿ ਕਿਸੇ ਸੈਂਟੈਂਸ ਵਿੱਚ ਆਰਡਰ ਹੋਏ ਜਾਂ ਰਿਕਵੈਸਟ ਹੋਏ ਤੇ ਉਸ ਤੋਂ ਬਾਅਦ ਵੀ ਫੁੱਲ ਸਟਾਪ ਲੱਗਦਾ, ਜਿਵੇਂ ਡੋਂਟ ਮੇਕ ਅ ਨੋਇਜ਼ ਹੇਅਰ, ਤੇ ਉਸ ਤੋਂ ਬਾਅਦ ਲੱਗਿਆ ਫੁੱਲ ਸਟਾਪ. ਟੂ ਮਾਰਕ ਦ ਐਬਰੀਵੇਸ਼ਨ ਸਚ ਐਜ਼ MA, PM. ਐਬਰੀਵੇਸ਼ਨ ਹੁੰਦਾ ਸ਼ਾਰਟ ਫਾਰਮ, ਤੇ ਵਰਡ ਦੇ ਪਹਿਲੇ ਅੱਖਰ ਨੂੰ ਲੈ ਕੇ ਸ਼ਾਰਟ ਫਾਰਮ ਬਣਾਈ ਜਾਂਦੀ ਹੈ, ਤੇ ਉਸਨੂੰ ਐਬਰੀਵੇਸ਼ਨ ਕਿਹਾ ਜਾਂਦਾ, ਜਿਵੇਂ M.A. PM, ਇਸ ਤਰ੍ਹਾਂ. ਟੂ ਮਾਰਕ ਦ ਇਨੀਸ਼ੀਅਲਸ as Mr. J.D. Unial, Mrs. R. Sharma. ਜੇ ਐਗਜ਼ਾਮਪਲ ਜੇ ਕਿਸੇ ਦਾ ਨਾਮ ਮਿਸਿਸ ਰੇਨੂ ਸ਼ਰਮਾ ਤੇ ਮਿਸਿਸ R. ਸ਼ਰਮਾ ਅਸੀਂ ਲਿਖ ਸਕਦੇ ਹਾਂ. ਕੋਮਾ, ਕੋਮਾ ਦੀ ਵਰਤੋਂ ਅਸੀਂ ਕਦੋਂ ਕਰਨੀ ਹੈ? ਟੂ ਸੈਪਰੇਟ ਵਰਡਸ ਫਰੋਮ ਈਚ ਅਦਰ. ਜਦੋਂ ਇੱਕ ਸ਼ਬਦ ਨੂੰ ਦੂਜੇ ਸ਼ਬਦ ਤੋਂ ਵੱਖ ਕੇ ਕਰਨਾ ਹੋਵੇ ਤਾਂ ਅਸੀਂ ਕੋਮਾ ਦੀ ਵਰਤੋਂ ਕਰਦੇ ਹਾਂ, ਜਿਵੇਂ ਕਿ ਸ਼ੀ ਇਜ਼ ਟਾਲ, ਲਵਲੀ ਐਂਡ ਜੈਂਟਲ ਗਰਲ. ਉਹ ਲੰਮੀ, ਸੁੰਦਰ ਅਤੇ ਕੋਮਲ ਕੁੜੀ ਹੈ. ਮੀਤਾ ਹੈਜ਼ ਪੈਨਸ, ਪੈਨਸਿਲਸ, ਪੇਪਰਸ ਐਂਡ ਬੁੱਕਸ. ਮੀਤਾ ਕੋਲ ਪੈਨ ਵੀ ਹਨ, ਪੈਨਸਿਲ ਵੀ ਹਨ, ਪੇਪਰਸ ਵੀ ਹਨ ਅਤੇ ਬੁੱਕ, ਕਿਤਾਬਾਂ ਵੀ ਹਨ. ਹੀ ਡਿਡ ਹਿਜ਼ ਹੋਮਵਰਕ ਨੀਟਲੀ, ਕੁਇਕਲੀ ਐਂਡ ਕਰੈਕਟਲੀ. ਉਸਨੇ ਆਪਣਾ ਹੋਮਵਰਕ ਹੈ ਸਫਾਈ ਨਾਲ, ਛੇਤੀ ਅਤੇ ਸਹੀ ਤਰੀਕੇ ਨਾਲ ਕੀਤਾ. I was born on Friday, March 26, 1981.
ਮੇਰਾ ਜਨਮ ਸ਼ੁੱਕਰਵਾਰ 26 ਮਾਰਚ 1981 ਨੂੰ ਹੋਇਆ ਸੀਗਾ। ਤੇ ਇੱਥੇ ਇਹ ਗੱਲ ਵੀ ਧਿਆਨ ਦੇਣ ਯੋਗ ਹੈ ਕਿ ਕੌਮਾ ਇਜ਼ ਜਨਰਲੀ ਨਾਟ ਯੂਜ਼ਡ ਬਿਫੋਰ ਐਂਡ, ਕਿ ਐਂਡ ਸ਼ਬਦ ਤੋਂ ਪਹਿਲਾਂ ਕੌਮਾ ਨਹੀਂ ਲੱਗਦਾ। ਤੇ ਕੁਐਸਚਨ ਮਾਰਕ ਦੀ ਵਰਤੋਂ ਕਦੋਂ ਕਰਨੀ ਹੈ? ਇਜ਼ ਯੂਜ਼ਡ ਐਟ ਦ ਐਂਡ ਆਫ ਅ ਕੁਐਸਚਨ। ਜਦੋਂ ਕੋਈ ਪ੍ਰਸ਼ਨ ਪੁੱਛਿਆ ਜਾਏ ਤੇ ਉਸਦੇ ਐਂਡ ਵਿੱਚ ਕੁਐਸਚਨ ਮਾਰਕ ਲੱਗਣਾ ਹੈ। ਜਿਵੇਂ ਵਟ ਇਜ਼ ਯੋਰ ਨੇਮ, ਤੁਹਾਡਾ ਨਾਂ ਕੀ ਹੈ? ਡੂ ਯੂ ਹੈਵ ਐਨ ਅੰਬ੍ਰੇਲਾ, ਕਿ ਤੁਹਾਡੇ ਕੋਲ ਛਤਰੀ ਹੈਗੀ ਆ? ਸ਼ੀ ਇਜ਼ ਬਿਊਟੀਫੁਲ ਇਜ਼ਨਟ ਸ਼ੀ, ਉਹ ਬਹੁਤ ਸੁੰਦਰ ਹੈ, ਕੀ ਉਹ ਨਹੀਂ ਹੈ? ਡਿਡ ਸਾਵਨ ਗੋ ਟੂ ਮੁੰਬਈ, ਕਿ ਸਾਵਨ ਮੁੰਬਈ ਗਿਆ ਸੀ? ਐਕਸਕਲੇਮੇਸ਼ਨ ਮਾਰਕ ਵਿਸਮਿਕ ਚਿੰਨ੍ਹ ਇਜ਼ ਯੂਜ਼ਡ ਟੂ ਸ਼ੋ ਸ਼ੌਕ, ਜਦੋਂ ਕੋਈ ਸ਼ੌਕ, ਸਦਮਾ, ਸਰਪ੍ਰਾਈਜ਼, ਹੈਰਾਨੀ, ਔਰ ਹੈਪੀਨੈਸ, ਖੁਸ਼ੀ, ਜਾਂ ਸੈਡਨੈਸ, ਗਮੀ। ਤੇ ਜਦੋਂ ਵਾਕ ਵਿੱਚ ਅਸੀਂ ਇਹ ਐਕਸਪ੍ਰੈਸ਼ਨਸ ਨੂੰ ਸ਼ੋ ਕਰਦੇ ਹਾਂ ਤਾਂ ਉਦੋਂ ਐਕਸਕਲੇਮੇਸ਼ਨ ਮਾਰਕ ਦੀ ਵਰਤੋਂ ਕਰਦੇ ਹਾਂ। ਵਟ ਅ ਲਵਲੀ ਪਲੇਸ, ਕਿੰਨੀ ਸੁੰਦਰ ਥਾਂ ਹੈ। ਸ਼ੀ ਇਜ਼ ਬਿਊਟੀਫੁਲ, ਉਹ ਕਿੰਨੀ ਬਿਊਟੀਫੁਲ ਹੈ ਜਾਂ ਕਿੰਨੀ ਖੂਬਸੂਰਤ ਹੈ। ਵਾਓ, ਆਊਚ, ਹੁਰਰੇ। ਤੇ ਹੁਣ ਅਸੀਂ ਕਰਾਂਗੇ ਐਕਟੀਵਿਟੀ 6 ਤੇ ਇਸ ਵਿੱਚ ਅਸੀਂ ਕੋਮਾ, ਫੁੱਲ ਸਟਾਪ, ਕੈਪੀਟਲ ਜਾਂ ਕੁਐਸਚਨ ਮਾਰਕਸ ਦੀ ਵਰਤੋਂ ਕਰਾਂਗੇ ਜਿੱਥੇ ਵੀ ਰਿਕੁਆਇਰਡ ਹੈ। ਜਿਵੇਂ ਫਸਟ ਸੈਂਟੈਂਸ ਵਿੱਚ ਮਾਈ ਨੇਮ ਇਜ਼ ਅਲੀ ਐਂਡ ਆਈ ਐਮ ਫਰੋਮ ਮਲੇਰਕੋਟਲਾ, ਇਸ ਵਿੱਚ ਐਮ ਕੈਪੀਟਲ ਆਏਗਾ, ਅਲੀ ਦਾ ਏ ਕੈਪੀਟਲ ਆਏਗਾ ਅਤੇ ਆਈ ਕੈਪੀਟਲ ਆਏਗਾ ਅਤੇ ਮਲੇਰਕੋਟਲਾ ਦਾ ਐਮ ਕੈਪੀਟਲ ਆਏਗਾ ਤੇ ਐਂਡ ਵਿੱਚ ਫੁੱਲ ਸਟਾਪ। ਮਾਈ ਫੇਵਰੇਟ ਕਲਰ ਇਜ਼ ਬਲੂ, ਵਟ ਇਜ਼ ਯੋਰਸ, ਤੇ ਐਮ ਕੈਪੀਟਲ ਆ ਜਾਏਗਾ, ਮਾਈ ਫੇਵਰੇਟ ਕਲਰ ਇਜ਼ ਬਲੂ, ਫਿਰ ਫੁੱਲ ਸਟਾਪ, ਫਿਰ ਵਟ, ਡਬਲਿਊ ਕੈਪੀਟਲ, ਇਜ਼ ਯੋਰਸ ਤੋਂ ਬਾਅਦ ਕੁਐਸਚਨ ਮਾਰਕ। I have a dog, its name is Caesar, ਤੇ I capital ਆ ਜਾਏਗਾ, dog ਤੋਂ ਬਾਅਦ ਆ ਜਾਊਗਾ full stop, its ਦਾ I capital ਆ ਜਾਊਗਾ ਤੇ Caesar ਦਾ C capital ਆ ਜਾਊਗਾ। My sister's name is Manju, she is 64, ਤੇ M capital ਆ ਜਾਊਗਾ, sister ਤੋਂ ਬਾਅਦ apostrophe, ਉਸ ਤੋਂ ਬਾਅਦ S, name is Manju, Manju ਦਾ M capital, full stop, S capital ਆ ਜਾਏਗਾ she ਦਾ, she is 64 ਤੇ 64 ਤੋਂ ਬਾਅਦ full stop। My phone number is 260086 ਤੇ M capital ਆ ਜਾਊਗਾ ਤੇ end ਵਿੱਚ ਆ ਜਾਊਗਾ full stop। ਹਰ ਅੰਕਲ, H capital, ਅੰਕਲ ਤੋਂ ਬਾਅਦ ਕੋਮਾ, ਹਿੰਮਤ ਦਾ ਵੀ H capital, is from ਗੁਰਦਾਸਪੁਰ in ਪੰਜਾਬ, ਤੇ ਗੁਰਦਾਸਪੁਰ ਦਾ G capital, ਪੰਜਾਬ ਦਾ P capital ਤੇ end ਵਿੱਚ full stop। I am not from ਚੰਡੀਗੜ੍ਹ, I am from ਲੁਧਿਆਣਾ in ਪੰਜਾਬ, ਤੇ I capital ਆ ਜਾਏਗਾ, ਚੰਡੀਗੜ੍ਹ ਦਾ C capital ਆ ਜਾਏਗਾ, ਕੋਮਾ ਪਹਿਲਾਂ ਹੀ ਲੱਗਿਆ ਹੋਇਆ। I am from, I capital ਆ ਜਾਏਗਾ, ਲੁਧਿਆਣਾ ਦਾ L capital, ਪੰਜਾਬ ਦਾ P capital ਤੇ end ਵਿੱਚ full stop। ਕੁਮਾਰ is from Australia, he lives in Melbourne, ਤੇ K capital ਆ ਜਾਏਗਾ, ਆਸਟ੍ਰੇਲੀਆ ਦਾ A capital ਆ ਜਾਏਗਾ, full stop, he ਦਾ H capital, lives in Melbourne ਦਾ M capital ਤੇ end ਵਿੱਚ full stop। Do you like tea or coffee, ਤੇ D capital ਆ ਜਾਏਗਾ ਤੇ end ਵਿੱਚ ਆ ਜਾਏਗਾ question mark। Please, please ਦਾ P capital, get biscuits ਤੋਂ ਬਾਅਦ comma, vegetables ਤੋਂ ਬਾਅਦ comma, fruits and some nuts from the market ਤੇ ਇਸ ਤੋਂ ਬਾਅਦ ਆ ਜਾਏਗਾ full stop। ਤੇ ਹੁਣ ਅਸੀਂ ਕਰਾਂਗੇ ਐਕਟੀਵਿਟੀ 7 ਤੇ ਇੱਥੇ ਅਸੀਂ ਕਹਾਣੀ ਪੜਾਂਗੇ ਤੇ ਉਸ ਤੋਂ ਬਾਅਦ ਅਸੀਂ ਕੁਐਸਚਨ ਆਨਸਰਸ ਕਰਾਂਗੇ, ਮੀਨਸ ਕਿ ਪੈਰਾ ਪੜ੍ਹ ਕੇ ਅਸੀਂ ਕੁਐਸਚਨ ਆਨਸਰਸ ਹੈ ਉਹ ਕਰਨੇ ਹਨ। ਕਹਾਣੀ ਦਾ ਨਾਮ ਹੈ ਸੈਲਫ ਰੀਅਲਾਈਜੇਸ਼ਨ, ਆਪਣੇ ਆਪ ਨੂੰ ਪਛਾਣਨਾ। ਅ ਲਾਇਨਸ ਡਾਈਡ ਸੂਨ ਆਫਟਰ ਗਿਵਿੰਗ ਬਰਥ ਟੂ ਅ ਕਬ, ਤੇ ਲਾਇਨਸ ਹੁੰਦਾ ਸ਼ੇਰਨੀ ਤੇ ਕਬ ਹੁੰਦਾ ਸ਼ੇਰ ਦਾ ਬੱਚਾ, ਤੇ ਇੱਕ ਸ਼ੇਰਨੀ ਇੱਕ ਕਬ ਨੂੰ ਜਨਮ ਦੇ ਕੇ ਉਹ ਮਰ ਗਈ। ਅ ਮਦਰ ਸ਼ੀਪ ਸੌ ਦਾ ਕਬ and felt pity for it, ਤੇ ਇੱਕ ਪੇੜ, ਇੱਕ ਮਾਂ ਪੇੜ ਨੇ ਉਸ ਕਬ ਨੂੰ ਦੇਖਿਆ ਅਤੇ ਉਸ ਤੇ ਤਰਸ ਕੀਤਾ। she raised the cub among her lambs, lambs ਹੁੰਦਾ ਪੇੜ ਦੇ ਬੱਚੇ ਜਾਂ ਮੇਮਣੇ। ਉਸਨੇ ਆਪਣੇ ਬੱਚਿਆਂ ਦੇ ਨਾਲ ਹੀ, ਆਪਣੇ ਲੈਂਪਸ ਦੇ ਨਾਲ ਹੀ ਉਸ ਦੀ ਪਰਵਰਿਸ਼ ਕੀਤੀ। however the naughty lambs made fun of him for his different looks, ਪਰ ਸ਼ਰਾਰਤੀ ਮੇਮਣੇ ਉਸਦਾ ਮਜ਼ਾਕ ਉਡਾਉਂਦੇ ਸਨ ਕਿਉਂਕਿ ਉਹ ਡਿਫਰੈਂਟ ਦਿਸਦਾ ਸੀ। The cub felt sad about this, ਤੇ ਇਸ ਗੱਲ ਤੇ ਉਹ ਕਬ ਹੈ ਉਹ ਉਦਾਸ ਹੋ ਜਾਂਦਾ। One day a lion attacked the herd, herd ਹੁੰਦਾ ਹੈ ਗਰੁੱਪ ਆਫ ਸ਼ੀਪ ਜਾਂ ਝੁੰਡ, ਤੇ ਇੱਕ ਦਿਨ ਸ਼ੇਰ ਨੇ ਉਸਨੇ ਅਟੈਕ ਕੀਤਾ ਭੇੜਾਂ ਦੇ ਝੁੰਡ ਤੇ। He was surprised to see the cub running away with the herd, ਉਹ ਇਹ ਦੇਖ ਕੇ ਹੈਰਾਨ ਸੀ ਕਿ ਸ਼ੇਰ ਦਾ ਬੱਚਾ ਵੀ ਬੱਕਰੀਆਂ ਦੇ ਨਾਲ ਹੀ ਦੌੜ ਰਿਹਾ ਸੀ। He caught the cub and roared angrily. Why are you running with the sheep? He asked the cub. ਤੇ ਉਸਨੇ ਉਸ ਕਬ ਨੂੰ ਫੜਿਆ ਅਤੇ ਗੁੱਸੇ ਨਾਲ ਗੁਰਰਾ ਕੇ ਕਿਹਾ ਕਿ ਤੂੰ ਭੇੜਾਂ ਦੇ ਨਾਲ ਹੀ ਕਿਉਂ ਭੱਜ ਰਿਹਾ। The cub was scared. He said, please don't kill me. I am a very young lamb. ਤੇ ਸ਼ੇਰ ਦਾ ਬੱਚਾ ਬਹੁਤ ਡਰ ਗਿਆ, ਉਸਨੇ ਕਿਹਾ ਕਿ ਮੈਨੂੰ ਨਾ ਮਾਰੋ, ਮੈਂ ਇੱਕ ਛੋਟਾ ਜਿਹਾ ਮੇਮਣਾ ਹਾਂ। The lion dragged the cub to a river. ਤੇ ਉਹ ਸ਼ੇਰ ਹੈ ਘਸੀੜ ਕੇ ਉਸ ਕਬ ਨੂੰ ਨਦੀ ਦੇ ਕੋਲ ਲੈ ਗਿਆ। Look at your reflection.
ਹੀ ਰੋਟ ਤੇ ਉਸਨੇ ਗੁਰਾ ਕੇ ਗਿਆ ਕਿ ਆਪਣੇ ਪ੍ਰਤੀਬਿੰਬ ਨੂੰ ਦੇਖੋ, ਆਪਣੇ ਰਿਫਲੈਕਸ਼ਨ ਨੂੰ ਦੇਖੋ। ਦ ਕਪ ਵਾਸ ਸਰਪ੍ਰਾਈਜ਼ਡ ਤੇ ਉਹ ਸ਼ੇਰ ਦਾ ਬੱਚਾ ਬਹੁਤ ਹੈਰਾਨ ਸੀ। ਹੀ ਰਿਅਲਾਈਜ਼ ਦੈਟ ਹੀ ਵਾਸ ਨਾਟ ਅ ਸ਼ੀਪ ਬਟ ਅ ਮਾਈਟੀ ਲਾਇਨ ਤੇ ਉਸਨੂੰ ਇਸ ਗੱਲ ਦਾ ਅਹਿਸਾਨ ਹੋ ਗਿਆ ਕਿ ਉਹ ਪੇੜ ਨਹੀਂ ਹੈ, ਉਹ ਤੇ ਇੱਕ ਸ਼ਕਤੀਸ਼ਾਲੀ ਸ਼ੇਰ ਹੈ। ਹੀ ਬਿਕੇਮ ਸੋ ਹੈਪੀ ਦੈਟ ਹੀ ਸਟਾਰਟਡ ਰੋਰਿੰਗ ਲਾਈਕ ਅ ਲਾਇਨ ਤੇ ਉਹ ਇੰਨਾ ਜ਼ਿਆਦਾ ਖੁਸ਼ ਹੋ ਗਿਆ ਕਿ ਉਹ ਸ਼ੇਰ ਦੀ ਤਰ੍ਹਾਂ ਦਹਾੜਨ ਲੱਗਾ। One should keep trying to realize one's worth and hidden skills. Success lies in knowing yourself like the young cub. ਸਾਨੂੰ ਆਪਣੀਆਂ ਲੁਕੀਆਂ ਹੋਈਆਂ ਯੋਗਤਾਵਾਂ ਨੂੰ ਪਛਾਣਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਤੇ ਉਸ ਯੰਗ ਕਬ ਦੀ ਤਰ੍ਹਾਂ ਜਦੋਂ ਅਸੀਂ ਆਪਣੇ ਆਪ ਨੂੰ ਪਛਾਣਾਂਗੇ ਤਾਂ ਹੀ ਅਸੀਂ ਕਾਮਯਾਬ ਹੋ ਸਕਦੇ ਹਾਂ। ਤੇ ਪਿਆਰੇ ਵਿਦਿਆਰਥੀਓ, ਇਹ ਸੀਗੀ ਬਹੁਤ ਹੀ ਮੋਟੀਵੇਸ਼ਨਲ ਸਟੋਰੀ ਸੈਲਫ ਰਿਅਲਾਈਜੇਸ਼ਨ। ਤੇ ਹੁਣ ਅਸੀਂ ਕਰਾਂਗੇ ਇਸਦੇ ਕੁਐਸਚਨ ਆਨਸਰਸ। ਹੂ ਰੇਜ਼ਡ ਦ ਕਬ? ਅ ਮਦਰ ਸ਼ੀਪ ਰੇਜ਼ਡ ਦ ਕਬ। Why was the cub not happy? ਉਹ cub happy ਖੁਸ਼ ਕਿਉਂ ਨਹੀਂ ਸੀ, happy ਕਿਉਂ ਨਹੀਂ ਸੀ? The cub was not happy because the naughty lambs made fun of his different looks. ਕਿਉਂਕਿ naughty lambs ਉਸਦਾ ਮਜ਼ਾਕ ਉਡਾਉਂਦੇ ਸਨ। What did the cub do on seeing the lion? ਤੇ ਉਸਨੇ ਸ਼ੇਰ ਨੂੰ ਦੇਖ ਕੇ ਕੀ ਕੀਤਾ? The cub ran away with the herd on seeing the lion. ਤੇ ਉਹ ਭੇੜਾਂ ਦੇ ਨਾਲ ਹੀ ਭੱਜ ਗਿਆ ਸ਼ੇਰ ਨੂੰ ਦੇਖ ਕੇ। What did the lion do? ਸ਼ੇਰ ਨੇ ਕੀ ਕੀਤਾ? The lion dragged the cub to a river. ਤੇ ਉਸ ਕਬ ਨੂੰ ਨਦੀ ਦੇ ਕੋਲ ਲੈ ਗਿਆ। What did the cub see in the river? ਤੇ ਉਸ ਕਬ ਨੇ ਨਦੀ ਵਿੱਚ ਕੀ ਦੇਖਿਆ? The cub saw its reflection in the river. ਤੇ ਉਸਨੇ ਆਪਣੇ ਪ੍ਰਤੀਬਿੰਬ, ਆਪਣੇ ਰਿਫਲੈਕਸ਼ਨ ਨੂੰ ਨਦੀ ਵਿੱਚ ਦੇਖਿਆ। ਇਸ ਤੋਂ ਬਾਅਦ fill in the blanks using a word from the passage. The cub realized that it was not a sheep but a mighty lion. We should try to realize our worth and hidden skills. One should keep trying to realize one's worth and hidden skills. ਇਸ ਤੋਂ ਬਾਅਦ choose the correct option. The cub saw his reflection and realized that it was a lion. The lion caught the cub. What did he say to the cub? Why are you running with the sheep? ਇਸ ਤੋਂ ਬਾਅਦ activity 10 look at the picture given below and describe it in your words. ਥੱਲੇ ਸਾਨੂੰ ਕੁਝ words ਦਿੱਤੇ ਗਏ ਹਨ ਤੇ ਅਸੀਂ ਉਹਨਾਂ ਦੀ ਵੀ ਵਰਤੋਂ ਕਰ ਸਕਦੇ ਹਾਂ। ਤੇ ਇਹ ਜਿਹੜੀ ਸਟੋਰੀ ਹੈ ਇਹ ਇੱਕ ਫੌਕਸ ਅਤੇ ਕ੍ਰੋ ਦੇ ਬਾਰੇ ਹੈ। ਇਸ ਸਟੋਰੀ ਨੂੰ ਅਸੀਂ ਇਸ ਤਰ੍ਹਾਂ ਲਿਖ ਸਕਦੇ ਹਾਂ। A crow was sitting on a tree with a piece of cheese in its beak. ਤੇ ਇੱਕ ਕਾਂ ਦਰਖਤ ਦੇ ਉੱਪਰ ਬੈਠਾ ਸੀਗਾ ਅਤੇ ਉਸਦੀ ਬੀਕ ਦੇ ਵਿੱਚ, ਉਸਦੀ ਚੁੰਝ ਦੇ ਵਿੱਚ ਇੱਕ ਪਨੀਰ ਦਾ ਟੁਕੜਾ ਸੀ। A fox saw that and he wanted the cheese. ਤੇ ਇੱਕ ਲੂੰਬੜੀ ਨੇ ਦੇਖ ਲਿਆ ਤੇ ਉਸਨੂੰ ਉਸ ਪਨੀਰ ਦਾ ਟੁਕੜਾ ਚਾਹੀਦਾ ਸੀ। He thought of a plan. ਤੇ ਉਸਨੇ ਉਸਨੂੰ ਇੱਕ ਪਲਾਨ ਸੁਝਿਆ। He said to the crow, your voice is so sweet. Can you sing for me? ਤੇ ਉਸਨੇ ਕਾਂ ਨੂੰ ਕਿਹਾ ਕਿ ਤੇਰੀ ਆਵਾਜ਼ ਬਹੁਤ ਮਿੱਠੀ ਹੈ, ਕਿ ਤੂੰ ਮੇਰੇ ਲਈ ਗਾ ਸਕਦਾ ਹੈ। The crow opened its beak and the cheese fell from its beak. ਤੇ ਕ੍ਰੋ ਨੇ ਆਪਣੀ ਚੁੰਝ ਖੋਲੀ ਤੇ ਪਨੀਰ ਦਾ ਟੁਕੜਾ ਥੱਲੇ ਡਿੱਗ ਪਿਆ। The clever fox picked up the cheese and ran away with it. ਤੇ ਚਲਾਕ ਲੂੰਬੜੀ ਨੇ ਪਨੀਰ ਦਾ ਟੁਕੜਾ ਲੈ ਲਿਆ ਤੇ ਉਸ ਨਾਲ ਭੱਜ ਗਈ। Moral of the story is never believe flatterers. ਤੇ ਇਸ ਕਹਾਣੀ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਖੁਸ਼ਾਮਦ ਕਰਨ ਵਾਲਿਆਂ ਤੇ ਕਦੇ ਵਿਸ਼ਵਾਸ ਨਾ ਕਰੋ।